ਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਅਮਰੀਕਾ ਦੀ ਸਰਕਾਰ ਕੈਨੇਡਾ ਦੀ ਸਰਕਾਰ ਦੇ ਨਾਲ ਟ੍ਰੇਡ ਦੇ ਬਾਰੇ ਜੋ ਗੱਲਬਾਤ ਚੱਲ ਰਹੀ ਸੀ ਉਹ ਟੋਟਲੀ ਬੰਦ ਕਰਨ ਜਾ ਰਹੇ ਹੈਗੇ ਆ। ਇਹਦਾ ਕਾਰਨ ਇਹ ਹੋਇਆ ਵੀ ਕੈਨੇਡਾ ਵਾਲਿਆਂ ਨੇ ਅਮਰੀਕਾ ਦੇ ਉੱਤੇ, ਅਮਰੀਕਨ ਕੰਪਨੀਆਂ ਦੇ ਉੱਤੇ ਡਿਜੀਟਲ ਸਰਵਿਸਿਜ਼ ਟੈਕਸ ਲਾਇਆ ਸੀ। ਉਸ ਨੂੰ ਦੇਖਦੇ ਹੋਏ ਟਰੰਪ ਹੋਣੀ ਫਿਰ ਪੂਰੇ ਗੁੱਸੇ 'ਚ ਆਏ ਤੇ ਅੱਜ ਉਹਨਾਂ ਨੇ ਸਵੇਰੇ ਅਨਾਉਂਸ ਕਰ ਦਿੱਤਾ ਆ ਵੀ ਅਸੀਂ ਸਾਰੇ ਹੀ ਟ੍ਰੇਡ ਡਿਸਕਸ਼ਨ ਜਿਹੜੀਆਂ ਕੈਨੇਡਾ ਦੇ ਨਾਲ ਆ ਇਫੈਕਟਿਵ ਇਮੀਡੀਏਟਲੀ ਵੀ ਬਿਲਕੁਲ ਹੁਣੇ ਹੀ ਇਹ ਜਿਹੜੇ ਆ ਕੋਈ ਵੀ ਗੱਲਬਾਤ ਆ ਟ੍ਰੇਡ ਡਿਸਕਸ਼ਨ ਦੇ ਬਾਰੇ ਉਹ ਬੰਦ ਕਰਨ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਅਟੈਕ ਆ ਸਾਡੇ ਉੱਤੇ। ਇਹ ਆਪਣੇ ਉਹਨੀ ਸੋਸ਼ਲ ਮੀਡੀਆ ਦੇ ਉੱਤੇ ਅਨਾਉਂਸ ਕੀਤਾ ਹੈ ਵੀ ਬਲੇਟੈਂਟ ਅਟੈਕ ਹੈਗਾ ਆ ਤੇ ਕਹਿੰਦੇ ਵੀ ਦੇ ਵਿਲ ਬੀ ਪੇਇੰਗ ਟੂ ਡੂ ਬਿਜ਼ਨਸ ਵਿਦ ਯੂਨਾਈਟਿਡ ਸਟੇਟਸ ਆਫ ਅਮਰੀਕਾ। ਕਹਿੰਦੇ ਵੀ ਕੈਨੇਡਾ ਨੂੰ ਆਉਣ ਵਾਲੇ 7 ਦਿਨਾਂ ਦੇ ਵਿੱਚ ਆਪ ਪੈਸੇ ਦੇਣੇ ਪਊਗੇ। ਸੋ ਇਹ ਹਜੇ ਆਪਾਂ ਸੋਚਦੇ ਸੀ ਵੀ ਸ਼ਾਇਦ ਕੈਨੇਡਾ ਦੇ ਨਾਲ ਪਿੱਛੇ G7 ਮੀਟਿੰਗ ਵੀ ਹੋਈ ਸੀ, ਟਰੰਪ ਹੁਣੀ ਗਏ ਸੀ, ਮਾਰਕ ਕਾਰਨੀ ਹੁਣੇ ਵੀ ਕਾਫੀ ਵੈਲਕਮ ਕੀਤਾ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ। ਪਰ ਹੁਣ ਦੋਨੋਂ ਨੇਸ਼ਨ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਟ੍ਰੇਡ ਡੀਲ ਦੇ ਵਿੱਚ ਪੂਰਾ ਡੈਡਲੌਕ ਹੋ ਗਿਆ ਹੈਗਾ ਆ। ਸੋ ਆਪਾਂ ਪਹਿਲਾਂ ਵੀ ਬਹੁਤ ਸਮਾਂ ਖਬਰਾਂ ਕੀਤੀਆਂ ਵੀ ਕੈਨੇਡਾ ਦੇ ਨਾਲ ਇੰਨੇ ਵਧੀਆ ਰਿਲੇਸ਼ਨ ਰਹੇ ਅਮਰੀਕਾ ਦੇ, ਪਰ ਕੁਛ ਜਿਹੜੇ ਇਕੋਨੋਮਿਸਟ ਆ ਉਹ ਸੋਚ ਰਹੇ ਆ ਵੀ ਬਹੁਤ ਬੈਕ ਆਪਾਂ ਚੱਲ ਗਏ ਆ, ਦੋਨਾਂ ਮੁਲਕਾਂ ਦੇ ਲਈ ਜਿਹੜਾ ਇਹ ਫਾਇਦਾ ਨਹੀਂ ਹੈਗਾ। ਸੋ ਇਹ ਲੇਟੈਸਟ ਅੱਜ ਜਦੋਂ ਆਪਾਂ ਅਪਡੇਟ ਅਮਰੀਕਾ ਖਬਰ ਕੀਤੀਆਂ ਸੀਆਂ ਉਸ ਤੋਂ ਬਾਅਦ ਇਹ ਅਨਾਉਂਸ ਕੀਤਾ ਗਿਆ ਟਰੰਪ ਹੋਣਾ ਵੱਲੋਂ। ਜੀ ਬਿਲਕੁਲ। ਸੋ ਹਰ ਤਰ੍ਹਾਂ ਦੀ ਟ੍ਰੇਡ ਟਾਕ ਸਮਾਪਤ ਆ। ਸੋ ਵੀ ਵਿਲ ਲੈਟ ਕੈਨੇਡਾ ਨੋ ਦਾ ਟੈਰਿਫ that they will be paying to do business with the United States of America within the next 7-day period. ਸੋ ਅਗਲੇ 7 ਦਿਨਾਂ ਦੇ ਵਿੱਚ ਕਿੰਨਾ ਟੈਰਿਫ ਕੈਨੇਡਾ ਦੇ ਸਮਾਨ ਦੇ ਉੱਤੇ ਲੱਗਣਾ ਆ, ਕਹਿੰਦੇ ਵੀ ਉਹ ਹੁਣ ਦੱਸ ਦਿੱਤਾ ਜਾਊਗਾ ਅਗਲੇ 7 ਦਿਨਾਂ 'ਚ। ਟਰੰਪ ਹੋਣਾ ਨੇ ਇਹ ਟਵੀਟ ਜਿਹੜਾ ਉਹ ਕਰ ਦਿੱਤਾ ਆ। ਇਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਕੀਤਾ ਆ। ਕਹਿੰਦੇ ਵੀ ਉੱਦਾਂ ਇਸ ਦਾ ਅਸਰ ਹਰਜੋਤ ਸਿੰਘ ਜੀ ਜਿਹੜੀ ਮਾਰਕੀਟ ਆ ਉਹ 'ਤੇ ਬਹੁਤ ਪੋਜ਼ੀਟਿਵ ਰਿਹਾ ਹੈ। ਜਦੋਂ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਸਰਵਿਸ ਟੈਕਸ ਨਹੀਂ ਲੱਗਣਾ, ਜਿਹੜਾ ਡਿਜੀਟਲ ਸਰਵਿਸ ਟੈਕਸ ਲੱਗਣ ਦੇ ਕਰਕੇ ਜਿਹੜੀ ਗੱਲਬਾਤ ਉਹਨਾਂ ਨੇ ਸਮਾਪਤੀ ਕਰ ਦਿੱਤੀ, ਉਹ ਜਿਹੜੀ ਸਟਾਕਸ ਦੇ ਉੱਤੇ ਪੋਜ਼ੀਟਿਵ ਅਸਰ ਜਿਹੜਾ ਆ ਉਹ ਪਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇੱਧਰ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਦੁਆਰਾ ਫੈਲਸਤੀਨ ਨੂੰ ਜਿਹੜਾ ਏਡ ਜਾਂਦੀ ਆ, ਡਾਇਰੈਕਟ ਜਿਹੜੀ ਏਡ ਜਾਂਦੀ ਆ, ਉਸ ਦੇ ਉੱਤੇ ਕਹਿੰਦੇ ਵੀ ਉਹਨਾਂ ਨੇ ਰਸਤਾ ਬੰਦ ਕਰ ਦਿੱਤਾ ਆ। ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਪੈਦਰੋ ਸੈਂਚੇਜ਼ ਆ, ਉਹਨਾਂ ਨੇ ਇਸ ਸਿਚੁਏਸ਼ਨ ਨੂੰ ਜੈਨੋਸਾਈਡ ਆਖਿਆ ਆ। ਸੋ ਕਹਿੰਦੇ ਵੀ ਇਹ ਬਲੌਕੇਡ ਦੇ ਕਰਕੇ ਹੁਣ ਡਿਪਲੋਮੈਟਿਕ ਪ੍ਰੈਸ਼ਰ ਇਜ਼ਰਾਈਲ ਦੇ ਉੱਤੇ ਵੱਧ ਸਕਦਾ ਹੈਗਾ ਆ। ਜਦ 12 ਦਿਨ ਇਹਨਾਂ ਦੀ ਲੜਾਈ ਚੱਲੀ ਸੀ ਈਰਾਨ ਦੇ ਨਾਲ, 800 ਤੋਂ ਵੱਧ ਪੈਲਸਤੀਨੀ ਉਸੇ ਦਰਮਿਆਨ ਉਹਨਾਂ ਦਿਨਾਂ 'ਚ ਗਾਜ਼ਾ 'ਚ ਜਿਹੜੇ ਉਹ ਮਰ ਚੁੱਕੇ ਸੀ, ਜਿਨ੍ਹਾਂ 'ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਤੇ ਕਈਆਂ ਨੂੰ ਜਿਹੜੀ ਭੁੱਖਮਰੀ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। EU ਸਮਿਟ ਦੇ ਵਿੱਚ ਬੋਲਦੇ ਹੋਏ ਬਰਸਲ ਦੇ ਵਿੱਚ ਸੈਂਚੇਜ਼ ਨੇ ਕਿਹਾ ਵੀ ਜਿਹੜੀ EU ਦੀ ਯੂਰਪੀਅਨ ਯੂਨੀਅਨ ਦੀ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੂੰ ਇਸ਼ਾਰੇ ਮਿਲੇ ਨੇ ਵੀ ਇਜ਼ਰਾਈਲ ਦੇ ਦੁਆਰਾ ਹਿਊਮਨ ਰਾਈਟ ਜਿਹੜੀਆਂ ਓਬਲੀਗੇਸ਼ਨ ਆ
ਉਹ ਤੋੜੀਆਂ ਗਈਆਂ ਆ ਤੇ ਕਹਿੰਦੇ ਵੀ ਜਿਹੜਾ ਟ੍ਰੇਡ ਟਾਈਜ਼ ਨੂੰ ਲੈ ਕੇ ਵੀ ਇਸ ਤੇ ਕਰਕੇ ਮਸਲਾ ਬਣ ਸਕਦਾ ਆ। ਸੋ ਇਹ ਜਿਹੜਾ ਟੈਕਸਟ ਆ ਇਜ਼ਰਾਈਲ ਦਾ ਬਲੌਕੇਡ ਜਿਹੜਾ ਕੀਤਾ ਗਿਆ ਹਿਊਮੈਨਿਟੇਰੀਅਨ ਏਡ ਨੂੰ ਲੈ ਕੇ, ਉਸ ਨੂੰ ਲੈ ਕੇ ਜਿਹੜਾ ਉਹ ਕੀਤਾ ਗਿਆ। ਸੋ 2.3 ਮਿਲੀਅਨ ਲੋਕ ਇਸ ਟਾਈਮ ਗਾਜ਼ਾ ਦੇ ਵਿੱਚ ਇਸ ਇਹਨਾਂ ਦੀ ਲੜਾਈ ਤੋਂ ਪਹਿਲਾਂ ਜਿਹੜੇ ਉੱਥੇ ਰਹਿ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਚ ਉਹਨਾਂ ਚੋਂ ਕਾਫੀ ਜ਼ਿਆਦਾ 60-70% ਜਿਹੜੇ ਲੋਕ ਆ ਉਹ ਘਰੋਂ ਬੇਘਰ ਹੋ ਚੁੱਕੇ ਆ। ਬਲੌਕੇਡ ਇੰਨਾ ਟਾਈਟ ਆ, ਲੋਕਾਂ ਨੂੰ ਰਾਸ਼ਨ ਪਾਣੀ ਮਿਲਣਾ ਵੀ ਬਹੁਤ ਔਖਾ ਹੋਇਆ ਆ ਤੇ ਜਿਹੜੇ ਹੁਣ ਸਪੇਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੁਆਰਾ ਇਸ ਨੂੰ ਜੈਨੋਸਾਈਡ ਤੱਕ ਜਾਂ ਉਸ ਦੇ ਇਸ਼ਾਰੇ ਦੇ ਨਾਲ ਕਹਿਣਾ, ਇਹ ਇੱਕ ਜਿਹੜੀ ਵੱਡੀ ਕਹਿ ਸਕਦੇ ਆ ਵੀ ਅਪਡੇਟ ਆ ਉਹ ਆਈ ਆ। ਹੁਣ ਤੱਕ ਗਾਜ਼ਾ ਦੇ ਵਿੱਚ ਜੋ 20 ਮਹੀਨੇ ਤੋਂ ਇਹ ਕੌਨਫਲਿਕਟ ਚੱਲ ਰਿਹਾ ਆ ਉਸ ਕਰਕੇ 56,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ। ਅੱਜ ਸੈਨੇਟ ਦੇ ਵਿੱਚ ਇੱਕ ਬਿੱਲ ਜੋ ਆ ਸੈਨੇਟ ਲੈ ਕੇ ਆਈ ਸੀ, ਇੱਕ ਬਿੱਲ ਸੈਨੇਟਰ, ਉਹਦੇ ਵਿੱਚ ਇਹ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀਆਂ ਪਾਵਰਸ ਨੂੰ ਰੋਕਿਆ ਜਾਵੇ ਤਾਂ ਕਿ ਉਹ ਕਿਸੇ ਮੁਲਕ ਦੇ ਉੱਤੇ ਅਟੈਕ ਨਾ ਕਰ ਸਕਣ। ਸਭ ਤੋਂ ਪਹਿਲਾਂ ਉਹ ਕਾਂਗਰਸ ਦੇ ਕੋਲ ਜਾਂ ਸੈਨੇਟ ਦੇ ਕੋਲ ਜਾਣ, ਪਰ ਇਹ ਜਦੋਂ ਵੋਟ ਪਈ ਤੇ ਵੋਟ ਪਾਰਟੀ ਲਾਈਨਸ ਦੇ ਮੁਤਾਬਕ ਹੀ ਪਈ ਕਿਉਂਕਿ ਰਿਪਬਲਿਕਨ ਸੈਨੇਟਰ ਜ਼ਿਆਦੇ ਆ। ਰਿਪਬਲਿਕਨਸ 53 ਇਹਨਾਂ ਨੇ ਅਪੋਜ਼ ਕੀਤਾ, 47 ਜਿਹੜੇ ਆ ਉਹ ਹੱਕ ਦੇ ਵਿੱਚ ਸੀ। ਸੋ ਇਹ ਜਿਹੜਾ ਬਿੱਲ ਆ ਉੱਥੇ ਹੀ ਜਿਹੜਾ ਡੈਡ ਹੋ ਗਿਆ। ਸੋ ਇਹਦੇ ਮੁਤਾਬਕ ਇਹ ਸੀ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਕੀਤਾ ਸੀ, ਉਸ ਦੀ ਪਰਮਿਸ਼ਨ ਪਹਿਲਾਂ ਕਾਂਗਰਸ ਤੋਂ ਜਾਂ ਸੈਨੇਟ ਤੋਂ ਲੈਣੀ ਪੈਣੀ ਸੀ। ਪਰ ਕਿਉਂਕਿ ਬਿੱਲ ਇਹ ਫੇਲ ਹੋ ਗਿਆ, ਸੋ ਫਿਊਚਰ 'ਚ ਵੀ ਉਹ ਇਦਾਂ ਦੀ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਆ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਹੋਣੀ। ਜੀ, ਗਵਰਨਰ ਗੈਵਿਨ ਨਿਊਸਮ ਜੋ ਕੈਲੀਫੋਰਨੀਆ ਦੇ ਆ, ਉਹਨਾਂ ਦੇ ਦੁਆਰਾ ਫੌਕਸ ਨਿਊਜ਼ ਦੇ ਉੱਤੇ ਲਾਸੂਟ ਦਰਜ ਕੀਤਾ ਗਿਆ $787 ਮਿਲੀਅਨ ਦਾ ਮਾਨਹਾਨੀ ਦਾ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਦਾਵਾ ਗਵਰਨਰ ਨਿਊਸਮ ਨੇ ਕੀਤਾ ਆ। ਉਹਨਾਂ ਨੇ ਜਿਹੜੀ ਟਰੰਪ ਕਾਲ ਨੂੰ ਲੈ ਕੇ ਜੋ ਫੌਕਸ ਨਿਊਜ਼ ਨੇ ਨਿਊਜ਼ ਰਨ ਕੀਤੀਆਂ ਸੀ, ਉਸ ਦੇ ਤੌਰ ਦੇ ਉੱਤੇ ਵੀ ਉਹ ਕਹਿੰਦੇ ਵੀ ਗਲਤ ਪ੍ਰਚਾਰ ਉਲਟ ਜਿਹੜਾ ਇਸ ਨੂੰ ਲੈ ਕੇ ਕੀਤਾ ਆ, ਇਹਦੇ ਕਰਕੇ ਲਾਸੂਟ ਫੌਕਸ ਨਿਊਜ਼ ਦੇ ਉੱਤੇ ਕੀਤਾ ਆ। ਫੌਕਸ ਨਿਊਜ਼ ਦੇ ਦੁਆਰਾ ਪਹਿਲਾਂ ਵੀ ਬਹੁਤ ਵਾਰੀ ਜਿਹੜੀਆਂ ਗੱਲਾਂ ਆ ਉਹ ਕਈਆਂ ਝੂਠੇ ਦਾਅਵੇ ਜਿਹੜੇ ਕੀਤੇ ਗਏ, ਜਿਹਦੇ ਕਰਕੇ ਉਹਨਾਂ ਨੂੰ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਪਹਿਲਾਂ ਵੀ ਜਿਹੜੇ ਉਹ ਦੇਣੇ ਪਏ ਆ। ਇਹ ਫੌਕਸ ਨਿਊਜ਼ ਦੇ ਲਈ ਜਿਹੜਾ ਇਨਫੋਰਮੇਸ਼ਨ ਨੂੰ ਡਿਸਟੋਰਟ ਕਰਕੇ ਪੇਸ਼ ਕਰਨਾ, ਇਹ ਕੋਈ ਨਵੇਕਲੀ ਗੱਲ ਨਹੀਂ ਆ। ਨਿਊਸਮ ਨੇ ਆਫਰ ਕੀਤਾ, ਕਹਿੰਦੇ ਵੀ ਮੈਂ ਲਾਸੂਟ ਨੂੰ ਵਿਡਰਾ ਕਰ ਲੂੰਗਾ ਜੇ ਫੌਕਸ ਨਿਊਜ਼ ਆਪਣੇ ਉਸ ਕਲੇਮ ਨੂੰ ਰੀਟਰੈਕਟ ਕਰ ਲੈਂਦੀ ਆ ਵੀ ਗਵਰਨਰ ਨੇ ਝੂਠ ਬੋਲਿਆ ਸੀਗਾ ਕਾਲ ਦੇ ਬਾਬਤ। ਜਿਹੜਾ ਉਹਨਾਂ ਦਾ ਜੈਸੀ ਵਾਟਰਸ ਆ, ਉਸਨੇ ਇਹ ਦਾਵਾ ਕੀਤਾ ਸੀ ਤੇ ਨਾਲ ਗਵਰਨਰ ਨੇ ਮੰਗ ਕੀਤੀ ਆ ਵੀ ਉਹ ਔਨ 에ਅਰ ਮੁਆਫੀ ਮੰਗੇ ਤੇ ਮੈਂ ਆਪਣਾ ਜਿਹੜਾ ਲਾਸੂਟ ਆ ਉਸ ਨੂੰ ਵਾਪਸ ਲੈ ਲਊਂਗਾ। ਸੋ ਹੁਣ $787 ਮਿਲੀਅਨ ਦੇ ਡੈਮੇਜਸ ਆ ਇਸ ਲਾਸੂਟ ਦੇ ਵਿੱਚ ਨਿਊਸਮ ਆ ਉਹ ਸੀਕ ਕਰ ਰਹੇ ਆ। ਜੋ ਇਹਨਾਂ ਦੀ ਟਰੰਪ ਹੁਣਾਂ ਦੇ ਨਾਲ ਫੋਨ ਕਾਲ ਹੋਈ ਸੀ ਉਸ ਬਾਬਤ ਕਹਿੰਦੇ ਵੀ ਮਿਸਲੀਡਿੰਗ ਕਮੈਂਟਸ ਜਿਹੜੇ ਇਹਨਾਂ ਨੇ ਕੀਤੇ ਆ। ਕਹਿੰਦੇ ਵੀ ਨੋ ਮੋਰ ਲਾਈਜ਼ ਨਿਊਸਮ ਨੇ ਜਿਹੜਾ ਟਵੀਟ ਕਰਕੇ ਇਸ ਲਾਸੂਟ ਦੇ ਬਾਰੇ ਜਾਣਕਾਰੀ ਦਿੱਤੀ ਸੀ। ਡੈਲਾਵੇਅਰ ਦੇ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਆ ਇਹ ਦਰਜ ਕੀਤਾ ਗਿਆ ਆ ਲਾਸੂਟ। ਅਬਰੈਗੋ ਗਾਰਸੀਆ ਜੋ ਆ ਉਸਨੇ ਅੱਜ ਕੋਰਟ ਦੇ ਕੋਲ ਆਪਣੀ ਪਟੀਸ਼ਨ ਪਾਈ ਆ ਵੀ ਮੈਨੂੰ ਜੇਲ੍ਹ ਦੇ ਵਿੱਚੋਂ ਛੱਡਿਆ ਨਾ ਜਾਵੇ, ਕਿਉਂਕਿ ਕਹਿੰਦੇ ਵੀ ਮੈਨੂੰ ਖਦਸ਼ਾ ਹੈਗਾ ਆ ਵੀ ਜਿਸ ਟਾਈਮ ਹੀ ਛੱਡਿਆ ਜਾਊਗਾ ਉਸ ਟਾਈਮ ਫਿਰ ਟਰੰਪ ਦੀ ਜਿਹੜੀ ਸਰਕਾਰ ਆ ਉਹ ਉਸ ਨੂੰ ਡਿਪੋਰਟ ਕਰ ਦਊਗੀ। ਕੋਰਟ ਦੇ ਵਿੱਚ ਅਬਰੈਗੋ ਗਾਰਸੀਆ ਨੇ ਇਹ ਕਿਹਾ ਆ ਵੀ ਜੁਲਾਈ 16 ਤੱਕ ਜਿਹੜੀ ਆ ਮੈਨੂੰ ਰਿਲੀਜ਼ ਨਾ ਕੀਤਾ ਜਾਵੇ, ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਹੋਰ ਕੋਈ ਸ਼ੈਮ ਆਫ ਕ੍ਰਿਮੀਨਲ ਕੇਸ ਉਹਦੇ ਅਗੇਂਸਟ ਲਿਆਂਦੇ ਹੈਗੇ ਆ। ਪਹਿਲਾਂ ਵੀ ਉਹਨਾਂ ਨੇ ਦੱਸਿਆ ਸੀ ਵੀ ਦੇਖੋ ਜੀ ਇਲੀਗਲ ਬੰਦਿਆਂ ਨੂੰ ਇਹ ਟਰਾਂਸਪੋਰਟ ਕਰਦਾ ਰਿਹਾ ਹੈਗਾ, ਇਸ ਕਰਕੇ ਇਹਦੇ ਤੇ ਉਹ ਚਾਰਜਸ ਲੱਗਦੇ ਹੈਗੇ ਆ। ਤੇ ਡਿਪਾਰਟਮੈਂਟ ਆਫ ਜਸਟਿਸ ਨੇ ਫੈਡਰਲ ਜੱਜ ਨੂੰ ਇਹ ਕਿਹਾ ਸੀ ਵੀ ਉਹ ਅਬਰੈਗੋ ਗਾਰਸੀਆ ਨੂੰ ਆਈਸ ਕਸਟਡੀ ਦੇ ਵਿੱਚ ਲਿਆਉਣਾ ਚਾਹੁੰਦੇ ਹੈਗੇ ਆ ਤੇ ਉਸ ਤੋਂ ਬਾਅਦ ਜਦੋਂ ਹੀ ਜੇਲ੍ਹ ਚੋਂ ਨਿਕਲਿਆ ਤੇ ਉਸ ਨੂੰ ਡਿਪੋਰਟ ਕਰਨਾ ਚਾਹੁੰਦੇ ਹੈਗੇ ਆ। ਤੇ ਇਹਦੀ ਸੈਕੰਡ ਡਿਪੋਰਟੇਸ਼ਨ ਹੋਊਗੀ ਜੇ ਹੋਈ ਤੇ ਲਗਭਗ ਫੇ ਪਰਮਾਨੈਂਟ ਹੀ ਹੋਊਗੀ। ਸੋ ਇਹ ਜਿਹੜਾ ਮੋਸ਼ਨ ਸੀਗਾ 7 ਜੁਲਾਈ ਐਟ ਡਿਸਟ੍ਰਿਕਟ ਕੋਰਟ ਆਫ ਮੈਰੀਲੈਂਡ ਦੇ ਵਿੱਚ ਜਿਹੜੀ ਹੀਅਰਿੰਗ ਹੋਣੀ ਆ ਇਹਦੇ ਸਬੰਧ ਦੇ ਵਿੱਚ
ਅਬਰੈਗੋ ਗਰਸੀਆ ਦੇ। ACLU ਜਿਹੜਾ ਨਿਊ ਹੈਮਸ਼ਾਇਰ ਦਾ ਆ, ਉਹਨਾਂ ਨੇ ਇੱਕ ਕਲਾਸ ਐਕਸ਼ਨ ਲਾਸੂਟ ਨੂੰ ਜੁਆਇਨ ਕਰ ਲਿਆ ਆ ਟਰੰਪ ਹੁਣਾਂ ਦੇ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆਰਡਰ ਆ ਉਸ ਦੇ ਉਲਟ। ਅੱਜ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਸੀਗਾ ਵੀ ਜਿਹੜੀਆਂ ਹੇਠਲੀਆਂ ਅਦਾਲਤਾਂ ਦੇ ਜੱਜਿਸ ਆ, ਉਹਨਾਂ ਦੇ ਕੋਲ ਇੰਨਾ ਅਖਤਿਆਰ ਨਹੀਂ ਵੀ ਉਹ ਫੈਡਰਲ ਇੰਜੰਕਸ਼ਨਸ ਲਾ ਸਕਣ, ਨੇਸ਼ਨ ਵਾਈਡ ਇੰਜੰਕਸ਼ਨਸ ਇੱਕ ਹਿਸਾਬ ਦੇ ਨਾਲ ਲਗਾ ਸਕਣ, ਜੇ ਇਹਨੂੰ ਆਪਾਂ ਸਰਲ ਜਿਹੜੇ ਆ ਅੱਖਰਾਂ ਦੇ ਵਿੱਚ ਸਮਝਣਾ ਹੋਵੇ। ਸੋ ACLU ਸੂ ਕਰ ਰਹੀ ਆ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਕਹਿੰਦੇ ਆ ਵੀ ਜਿਹੜੇ ਸੰਵਿਧਾਨ ਦੀ ਇਸ ਦੇ ਵਿੱਚ ਉਲੰਘਣਾ ਆ, ਕਾਂਗਰੈਸ਼ਨਲ ਇੰਟੈਂਟ, ਲੌਂਗ ਸਟੈਂਡਿੰਗ ਸੁਪਰੀਮ ਕੋਰਟ ਜਿਹੜੇ ਪ੍ਰੈਸੀਡੈਂਟ ਆ ਉਸ ਤੇ ਜਿਹੜਾ ਇਹ ਸਾਰਾ ਕੁਝ ਉਲਟ ਚੱਲ ਰਿਹਾ ਆ ਟਰੰਪ ਹੁਣਾਂ ਦੇ ਐਗਜ਼ੈਕਟਿਵ ਆਰਡਰ ਦੇ ਵਿੱਚ। ਇਸ ਤੋਂ ਪਹਿਲਾਂ ਡਿਸਟ੍ਰਿਕਟ ਜੱਜ ਨੇ ਪ੍ਰੈਜ਼ੀਡੈਂਟ ਹੁਣਾਂ ਦੇ ਇਸ ਆਰਡਰ ਨੂੰ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਵਾਲਾ ਆ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ ਬੱਚਿਆਂ ਦੇ ਲਈ, ਉਸ ਦੇ ਉੱਤੇ ਬਲੌਕ ਲਗਾ ਦਿੱਤਾ ਸੀਗਾ। ਇਸ ਮਾਮਲੇ ਦੇ ਸੰਵਿਧਾਨਿਕ ਤੌਰ ਦੇ ਉੱਤੇ ਵੀ ਇਹ ਠੀਕ ਆ ਜਾਂ ਗਲਤ ਆ, ਉਸ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਨਹੀਂ ਸੁਣਾਇਆ ਹੈਗਾ। ਚੇਂਜਸ ਟੂ ਜਿਹੜੇ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਅਜੇ ਵੀ ਨੇਸ਼ਨ ਵਾਈਡ ਬਲੌਕ ਹੈਗੇ ਨੇ। ਟਰੰਪ ਹੋਣਾ ਨੇ ਜਿਹੜੇ ਕੋਰਟ ਦੇ ਇਸ ਫੈਸਲੇ ਨੂੰ ਅਮੇਜ਼ਿੰਗ ਤੇ ਮੋਨੂਮੈਂਟਲ ਵਿਕਟਰੀ ਜਿਹੜਾ ਉਹ ਗਰਦਾਨਿਆ ਸੀਗਾ। ਅੱਜ ਜਿਹੜੇ ACLU ਆ ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਨਵਾਂ ਕੇਸ ਆ ਇਹ ਸਾਰੇ ਹੀ ਪਰਿਵਾਰਾਂ ਦੀ ਪ੍ਰੋਟੈਕਸ਼ਨ ਦੇ ਲਈ ਅਸੀਂ ਜਿਹੜਾ ਆ ਉਹ ਫਾਈਲ ਕਰ ਰਹੇ ਆ। ਜਿਹੜੀ ਵੀ ਲਿਟੀਗੇਸ਼ਨ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਚੱਲ ਰਹੀ ਆ ਉਹਦੇ ਵਿੱਚ ਜੋ ਗੈਪ ਰਹਿ ਜਾਂਦੇ ਆ ਤਾਂ ਉਸ ਨੂੰ ਪੂਰੀਆਂ ਕਰਨ ਦੇ ਲਈ, ਉਸ ਨੂੰ ਫਿਲ ਕਰਨ ਦੇ ਲਈ ਇਹ ਜਿਹੜਾ ਹੁਣ ਨਵਾਂ ਲਾਸੂਟ ਆ ਉਹ ਦਰਜ ਕੀਤਾ ਗਿਆ ਹੈਗਾ ਆ। ਸੋ ACLU ਵੀ ਹੁਣ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਇਸ ਮਾਮਲੇ ਦੇ ਵਿੱਚ ਦੁਬਾਰਾ ਜਿਹੜਾ ਉਸਨੇ ਛਲਾਂਗ ਜਾਂ ਛਾਲ ਮਾਰੀ ਹੈਗੀ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕ੍ਰੈਕਡਾਊਨ ਕਰੂਗੀ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰਸ ਨੂੰ। ਇਹ ਜਿਹੜੀਆਂ ਇੱਕ ਕਹਿੰਦੇ ਪਈ ਸਵੀਪਿੰਗ ਪ੍ਰੋ ਟਰੱਕਰ ਪੈਕੇਜ ਵੀ ਦਿੱਤਾ ਗਿਆ ਹੈਗਾ ਟਰੱਕਰਸ ਨੂੰ, ਤੇ ਸਪੀਡ ਲਿਮਟਰ ਮੈਂਡੇਟ ਜੋ ਸੀ ਉਸ ਨੂੰ ਕੈਂਸਲ ਕੀਤਾ ਗਿਆ ਹੈਗਾ। ਟਰੱਕ ਪਾਰਕਿੰਗ ਦੀ ਫੰਡਿੰਗ ਦਿੱਤੀ ਗਈ ਹੈਗੀ ਆ। ਕਹਿੰਦੇ ਪਈ ਜਿਹੜੇ ਨਾਨ ਡੋਮਿਸਾਈਲਡ CDL ਹੋਲਡਰ ਹੈਗੇ ਆ ਉਹਨਾਂ ਦੇ ਪੂਰਾ ਕ੍ਰੈਕਡਾਊਨ ਕੀਤਾ ਜਾਊਗਾ ਤਾਂ ਕਿ ਜਿਹੜੇ ਹੋਰ ਟਰੱਕਰਸ ਆ ਉਹਨਾਂ ਨੂੰ ਜੌਬਸ ਮਿਲ ਸਕਣ। ਕਹਿੰਦੇ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਪਈ ਇਟ ਇਜ਼ ਅਮਰੀਕਾਜ਼ ਫਸਟ। ਜੋ ਡਫੀ ਆ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ, ਉਹਨਾਂ ਨੇ ਇਹ ਪੱਤਰਕਾਰਾਂ ਨੂੰ ਦੱਸਿਆ ਹੈਗਾ। ਕਹਿੰਦੇ ਵੀ ਮੈਂ ਚਾਹੁੰਦਾ ਆ ਵੀ ਅਮਰੀਕਨ ਟਰੱਕ ਡਰਾਈਵਰਸ ਫਸਟ ਆ, ਫਿਰ ਉਹ ਤੋਂ ਬਾਅਦ ਆਪਾਂ ਨਾਨ ਡੋਮਿਸਾਈਲਡ CDL ਹੋਲਡਰਸ ਨੂੰ ਦੇਖਾਂਗੇ। $275 ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਟਰੱਕ ਪਾਰਕਿੰਗ ਸਪੇਸਿਸ ਨੂੰ ਐਕਸਪੈਂਡ ਕਰਨ ਦੇ ਲਈ। ਇਸੇ ਤਰ੍ਹਾਂ ਜੋ ਇੱਕ ਸੀਗਾ ਲਿਮਟਡ ਟੌਪ ਸਪੀਡਸ ਫॉर ਹੈਵੀ ਟਰੱਕ ਡਰਾਈਵਰਸ ਜਿਹੜਾ ਰੂਲ ਮੇਕਿੰਗ ਸੀ ਉਹਨੂੰ ਜਿਹੜਾ ਆ ਕੈਂਸਲ ਕੀਤਾ ਗਿਆ ਹੈਗਾ। ਕੈਲੀਫੋਰਨੀਆ ਦੇ ਲੀਡਰਸ ਦੇ ਦੁਆਰਾ $12 ਬਿਲੀਅਨ ਦੇ ਡੈਫਿਸਿਟ ਵਾਲੇ ਬਜਟ ਨੂੰ ਜਿਹੜਾ ਕਹਿੰਦੇ ਆ ਵੀ ਅਪਰੂਵਲ ਸ਼ਾਇਦ ਦੇ ਦਿੱਤਾ ਗਿਆ ਆ। ਨਿਊਸਮ ਕਹਿੰਦੇ ਵੀ ਇਸ ਪਲਾਨ ਦੇ ਉੱਤੇ ਜਲਦ ਹੀ ਸਾਈਨ ਕਰ ਸਕਦੇ ਨੇ। ਕਹਿੰਦੇ ਵੀ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਸੇਫਟੀ ਨੈਟ ਪ੍ਰੋਗਰਾਮਸ ਆ ਉਹਨਾਂ ਦੀ ਕਟੌਤੀ ਕੀਤੀ ਗਈ ਆ ਤੇ ਕਹਿੰਦੇ ਲਗਾਤਾਰ ਇਹ ਤੀਸਰਾ ਸਾਲ ਆ ਜਿਸ ਦੇ ਵਿੱਚ ਇਹਨਾਂ ਨੇ ਇਹਨਾਂ ਪ੍ਰੋਗਰਾਮਸ ਦੇ ਵਿੱਚ ਕਟੌਤੀਆਂ ਕੀਤੀਆਂ ਆ। ਖਾਸ ਕਰਕੇ ਕਹਿੰਦੇ ਵੀ ਜਿਹੜੇ ਅਡਲਟ ਇਮੀਗ੍ਰੈਂਟਸ ਵਿਦਆਊਟ ਲੀਗਲ ਸਟੇਟਸ ਆ ਉਹਨਾਂ ਨੂੰ ਹੈਲਥ ਕੇਅਰ ਜਿਹੜੀ ਐਕਸਪੈਂਸ਼ਨ ਦੀ ਜਿਹੜੀ ਚਰਚਾ ਆ ਉਹ ਵੀ ਇਸ ਦੇ ਵਿੱਚ ਨਾਲ ਚੱਲ ਰਹੀ ਆ। ਸੋ ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਉਸ ਬਜਟ ਨੂੰ ਅਪਰੂਵ ਕਹਿੰਦੇ ਆ ਵੀ ਉਹ ਕਰ ਦਿੱਤਾ ਤੇ ਜਿਹੜੇ ਪ੍ਰੋਗਰੈਸਿਵ ਪ੍ਰਾਇਓਰਟੀਜ਼ ਆ ਉਹ ਉਸ ਨੂੰ ਇਹਨਾਂ ਨੇ ਬੈਕ ਕੀਤਾ ਆ। ਸੋ ਹੁਣ ਜਿਹੜਾ $12 ਬਿਲੀਅਨ ਦਾ ਡੈਫਿਸਿਟ ਆ ਉਹ ਹਰਜੋਤ ਸਿੰਘ ਜੀ ਜਿਹੜੇ ਅਡਲਟ ਇਮੀਗ੍ਰੈਂਟਸ ਜਿਨ੍ਹਾਂ ਦਾ ਕੋਈ ਲੀਗਲ ਸਟੇਟਸ ਨਹੀਂ ਉਹਨਾਂ ਨੂੰ ਵੀ ਹੈਲਥ ਕੇਅਰ ਐਕਸਪੈਂਸ਼ਨ ਜਿਹੜਾ ਉਹ ਮਿਲਣ ਜਿਹੜਾ ਉਹ ਜਾਊਗਾ ਜਿਹੜੇ ਲੋ ਇਨਕਮ ਦੇ ਅੰਡਰ ਆਉਂਦੇ ਆ। ਸੋ ਇਸ ਸਾਲ $321 ਬਿਲੀਅਨ ਦੀ ਸਪੈਂਡਿੰਗ ਪਲਾਨ ਆ ਜੋ ਨਿਊਸਮ ਤੇ ਜਿਹੜੇ ਉੱਥੇ ਹੋਰ ਲੈਜਿਸਲੇਟਿਵ ਲੀਡਰਸ ਆ ਉਹਨਾਂ ਦੇ ਦੁਆਰਾ ਨੈਗੋਸ਼ੀਏਟ ਕੀਤੀ ਗਈ ਆ। ਸੋ ਕਹਿੰਦੇ ਵੀ ਗਵਰਨਰ ਨਿਊਸਮ ਇਸ ਦੇ ਉੱਤੇ ਸਾਈਨ ਜਲਦ ਜਿਹੜਾ ਉਹ ਕਰ ਸਕਦੇ ਹੈਗੇ ਆ ਤੇ ਕੈਲੀਫੋਰਨੀਆ ਜਿਸ ਨੂੰ ਕਾਫੀ ਜ਼ਿਆਦਾ ਪੋਟੈਂਸ਼ੀਅਲੀ ਫੈਡਰਲ ਕੱਟਸ ਆ ਉਸ ਦਾ ਸਾਹਮਣਾ ਵੀ ਕਰਨਾ ਪਊਗਾ, ਖਾਸ ਕਰਕੇ ਹੈਲਥ ਕੇਅਰ ਪ੍ਰੋਗਰਾਮਸ ਦੇ ਵਿੱਚ। ਇਕਨੋਮਿਕ ਅਨਸਰਟਨਿਟੀ ਜਿਹੜੀ ਉਹ ਚੱਲ ਰਹੀ ਆ
ਕਹਿੰਦੇ ਵੀ ਜਿਹੜੇ ਟੈਰਿਫ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਇਹਦੇ ਕਰਕੇ ਸਟੇਟ ਦਾ ਜਿਹੜਾ ਟੈਕਸ ਆ ਉਸ ਦੇ ਵਿੱਚ $16 ਬਿਲੀਅਨ ਦੀ ਗਿਰਾਵਟ ਆ ਸਕਦੀ ਆ। ਸੋ ਇਹ ਜਿਹੜਾ ਬਜਟ ਆ ਹਰਜੋਤ ਸਿੰਘ ਜੀ, ਜੋ ਇਸ ਟਾਈਮ $12 ਬਿਲੀਅਨ ਦਾ ਡੈਫਿਸਿਟ ਸ਼ੋ ਕਰਦਾ ਆ, ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਡੈਫਿਸਿਟ ਹੋਰ ਵੀ ਜ਼ਿਆਦਾ ਵੱਧ ਜਾਵੇ। ਗਵਰਨਰ ਗੈਬਨ ਨਿਊਸਮ ਹੋਣਾ ਨੇ ਟਰੰਪ ਸਰਕਾਰ ਦਾ ਵਿਰੋਧ ਕੀਤਾ ਆ ਵੀ ਜਿਹਦੇ ਮੁਤਾਬਕ ਮਿਲੀਅਨਸ ਆਫ ਡਾਲਰ ਜੋ ਆ ਹੈਲਥ ਕਵਰੇਜ ਤੇ ਫੂਡ ਅਸਿਸਟੈਂਸ ਪ੍ਰੋਗਰਾਮ ਜੋ ਕੈਲੀਫੋਰਨੀਆ 'ਚ ਆ ਉਹਦਾ ਨਵਾਂ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਉਹਦੇ ਵਿੱਚੋਂ ਕੱਟ ਹੋਣ ਜਾ ਰਿਹਾ ਆ, ਜੋ ਕਿ ਕਹਿੰਦੇ ਵੀ 3.4 ਮਿਲੀਅਨ ਡਾਲਰ 3.4 ਮਿਲੀਅਨ ਕੈਲੀਫੋਰਨੀਅਨਸ ਨੂੰ ਅਫੈਕਟ ਕਰੇਗਾ, 34 ਲੱਖ ਲੋਕਾਂ ਨੂੰ, ਜਿਨ੍ਹਾਂ ਦੀਆਂ ਜਿਹੜੀਆਂ ਕਾਉਂਟੀ ਦੀ ਮੈਡੀਕਲ ਇੰਸ਼ੋਰੈਂਸ ਸਨੈਪ ਫੂਡ ਪ੍ਰੋਗਰਾਮ ਉਹ ਜਾਊਗਾ, ਉਹ ਕੱਟ ਹੋ ਜਾਊਗਾ। 28.4 ਬਿਲੀਅਨ ਡਾਲਰ ਫੈਡਰਲ ਮੈਡੀਕੇਡ ਫੰਡਿੰਗ 'ਚ ਕੱਟ ਹੋਣ ਜਾ ਰਿਹਾ ਹੈ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਹਸਪਤਾਲ ਕਲੀਨਿਕਸ ਬੰਦ ਹੋ ਜਾਊਗੇ ਤੇ ਜੋ ਕਾਸਟ ਆ ਕਾਫੀ ਜ਼ਿਆਦਾ ਵੱਧ ਜਾਊਗੀ, ਅਨਇੰਸ਼ੋਰਡ ਰੇਟ ਕਾਫੀ ਵੱਧ ਜਾਊਗਾ, ਜਿਹੜੇ ਲੋਕ ਆ ਅਫੋਰਡ ਨਹੀਂ ਕਰ ਸਕਣਗੇ ਹੈਲਥ ਇੰਸ਼ੋਰੈਂਸ। ਇਸੇ ਤਰ੍ਹਾਂ ਜਿਹੜਾ ਸਨੈਪ ਦਾ ਪ੍ਰੋਗਰਾਮ ਆ ਉਹ 2.8 ਤੋਂ 5.4 ਬਿਲੀਅਨ ਡਾਲਰ ਜਿਹੜੀ ਆ ਫੰਡਿੰਗ ਉਹਦੀ ਕੱਟ ਹੋਣ ਜਾ ਰਹੀ ਹੈਗੀ ਆ। ਇਹ ਜਿਹੜਾ ਨਵਾਂ ਬਿੱਲ ਬਿਗ ਐਂਡ ਬਿਊਟੀਫੁਲ ਬਿੱਲ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਆ। ਸੋ ਰਿਪਬਲਿਕਨ ਲੀਡਰਸ਼ਿਪ ਦਾ ਕਾਫੀ ਜ਼ਿਆਦਾ ਜੋ ਆ ਗਵਰਨਰ ਗੈਬਨ ਨਿਊਸਮ ਹੋਣਾ ਨੇ ਵਿਰੋਧ ਕੀਤਾ ਆ। ਕਹਿੰਦੇ ਵੀ 11.7 ਮਿਲੀਅਨ ਅਮਰੀਕਨਸ ਇਸ ਬਿੱਲ ਦੇ ਤਹਿਤ ਮੈਡੀਕੇਡ ਜਾਂ ਕਾਉਂਟੀ ਦਾ ਜਿਹੜਾ ਫ੍ਰੀ ਮੈਡੀਕਲ ਹੁੰਦਾ ਉਹ ਲੂਜ਼ ਕਰ ਜਾਣਗੇ। 6.3 ਮਿਲੀਅਨ ਅਮਰੀਕਨਸ ਜੋ ਉਹਨਾਂ ਨੂੰ ਵਰਕ ਕਰਨਾ ਪਊਗਾ, ਜਿਨ੍ਹਾਂ ਨੂੰ ਇਹ ਮੈਡੀਕਲ ਮਿਲਦਾ ਵੀ ਹੈਗਾ, ਸੋ ਵਰਕ ਰਿਕੁਆਇਰਮੈਂਟ ਆ। 14.4 ਮਿਲੀਅਨ ਅਮਰੀਕਨਸ ਨੂੰ ਜਿਹੜਾ ਆ ਐਡ ਕਰਨਾ ਪਊਗਾ ਵਰਕ ਰਿਕੁਆਇਰਮੈਂਟ, ਜੇ ਕੋਈ ਫੂਡ ਸਟੈਂਪ ਜਾਂ ਹੋਰ ਕਿਸੇ ਦਾ ਜਿਹੜਾ ਬੈਨੀਫਿਟ ਲੈਂਦੇ ਹੈਗੇ ਆ। ਸੋ ਬਹੁਤ ਸਾਰੇ ਪਲਾਨ ਪੇਰੈਂਟਹੁੱਡ ਹੈਲਥ ਸੈਂਟਰ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਹੈਗੇ ਆ। ਸੋ ਕਾਫੀ ਸਨੈਪ ਦੇ ਕਹਿੰਦੇ ਪ੍ਰੋਗਰਾਮ ਨੂੰ ਬਹੁਤ ਵੱਡਾ ਅਸਰ ਪਊਗਾ, ਇਹਦੇ ਨਾਲ ਸਟੋਰਾਂ ਵਾਲਿਆਂ ਨੂੰ ਵੀ ਫਰਕ ਪਊਗਾ, ਕਿਉਂਕਿ ਜਿਹੜੇ ਸਟੋਰਾਂ ਦੇ ਉੱਤੇ ਉਹ ਫੂਡ ਸਟੈਂਪਾਂ ਲੈ ਕੇ ਜਾਂਦੇ ਆ। ਸੋ ਨੈਚੁਰਲੀ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 7,35,000 ਲੋਕ ਜੋ ਕੈਲਫਰੈਸ਼ ਪ੍ਰੋਗਰਾਮ ਹੈਗਾ ਸਨੈਪ ਦਾ ਉਹ ਲੂਜ਼ ਕਰ ਜਾਣਗੇ। ਅਗਲੀ ਗੱਲ ਕਰੀਏ, ਇੱਕ ਰਿਪਬਲਿਕਨ ਲਾ ਮੇਕਰ ਇੰਪੀਚਮੈਂਟ ਦੇ ਆਰਟੀਕਲਸ ਫਾਈਲ ਕਰਨ ਜਾ ਰਹੇ ਆ ਉਸ ਜੱਜ ਦੇ ਉਲਟ ਜਿਨ੍ਹਾਂ ਨੇ ਟਰੰਪ ਹੋਣਾ ਦਾ ਜਿਹੜਾ ਨੈਸ਼ਨਲ ਗਾਰਡ ਨੂੰ ਫੈਡਰਲਾਈਜ਼ ਕਰਨ ਵਾਲਾ ਮਾਮਲਾ ਸੀ ਉਸ ਉੱਤੇ ਬਲੌਕ ਲਾਇਆ ਸੀਗਾ। ਰਿਪਰੈਜ਼ੈਂਟੇਟਿਵ ਰੈਂਡੀ ਫਾਈਨ ਜਿਹੜੇ ਫਲੋਰੀਡਾ ਤੋਂ ਨੇ, ਉਹ ਕਹਿੰਦੇ ਵੀ ਇੱਕ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਜਿਸ ਦੇ ਵਿੱਚੋਂ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਚਾਰਲਸ ਬਰਾਇਰ ਉਹਨਾਂ ਨੂੰ ਬੈਂਚ ਤੋਂ ਲਾਉਣ ਦੀ ਮੰਗ ਕਰ ਰਹੇ ਆ। ਸੋ ਜਿਹੜੇ ਕਹਿੰਦੇ ਆ ਵੀ ਜਿਹੜੇ ਰਿਪਰੈਜ਼ੈਂਟੇਟਿਵ ਫਾਈਨ ਦਾ ਮੰਨਣਾ ਆ ਵੀ ਜੱਜ ਦਾ ਇਹ ਜਿਹੜਾ ਫੈਸਲਾ ਆ ਇਹ ਪੋਲੀਟੀਕਲ ਸੀ, ਸਿਆਸਤ ਤੋਂ ਪ੍ਰੇਰਿਤ ਸੀਗਾ। ਸੋ ਗੋਲ ਕਹਿੰਦੇ ਆ ਵੀ ਸਾਡਾ ਇਹੀ ਆ ਵੀ ਜਿਹੜੇ ਜੱਜ ਆ ਉਹ ਆਪਣਾ ਕੰਮ ਕਰਨ ਤੇ ਜੇ ਅਸੀਂ ਇਹਨਾਂ ਨੂੰ ਅਕਾਊਂਟੇਬਲ ਹੈਲਡ ਨਹੀਂ ਕਰਾਂਗੇ ਤਾਂ ਫਿਰ ਇਹਨਾਂ ਨੂੰ ਰੁਕਣ ਦੇ ਲਈ ਕੋਈ ਇੱਕ ਹਿਸਾਬ ਦੇ ਨਾਲ ਗੱਲ ਜਿਹੜੀ ਉਹ ਨਹੀਂ ਰਹੂਗੀ, ਕੋਈ ਇਨਸੈਂਟਿਵ ਨਹੀਂ ਜਿਹੜਾ ਉਹ ਨਜ਼ਰ ਆਊਗਾ। ਸੋ ਇਸੇ ਲਈ ਜਿਹੜੇ ਰਿਪਬਲਿਕਨ ਲਾਅਮੇਕਰ ਆ ਉਹਨਾਂ ਨੇ ਉਸ ਜੱਜ ਦੇ ਉਲਟ ਇੰਪੀਚਮੈਂਟ ਦੇ ਜਿਹੜਾ ਰੈਜ਼ੋਲੂਸ਼ਨ ਆ ਉਹ ਲੈ ਆਂਦਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਕਹਿੰਦੇ ਪਈ ਉਹ ਯੂਐਸ ਜਿਹੜੇ ਫੈਡਰਲ ਕੰਟਰੈਕਟਰਸ ਆ ਉਹਨਾਂ ਦੇ ਵਿੱਚ 25 ਟਾਈਮਸ ਜ਼ਿਆਦਾ ਘਟੀਆਂ ਹੈਗੀਆਂ ਆ ਜਦੋਂ ਤੋਂ ਹੀ ਡੋਜ ਦੇ ਕੱਟ ਕੀਤੇ ਹੈਗੇ ਆ। ਸੋ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੇ ਬਹੁਤ ਜ਼ਿਆਦਾ ਕੱਟ ਕੀਤੇ ਆ, ਪਰ ਬਹੁਤ ਸਾਰੇ ਜਿਹੜੇ ਫੈਡਰਲ ਕੰਟਰੈਕਟਰ ਆ ਜੋ ਸਿੱਧੇ ਗਵਰਨਮੈਂਟ ਨਾਲ ਕੰਮ ਕਰਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਵੀ ਆਉਂਦੀਆਂ ਹੈਗੀਆਂ, ਬੋਇੰਗ, ਹਨੀਵੈਲ, ਡਿਊਲਿਟਲ, ਸੋ ਉਹਨਾਂ ਦੇ ਉੱਤੇ ਵੀ ਜਿਹੜਾ 25% ਦੇ ਕਰੀਬ ਜਿਹੜਾ ਆ ਅਸਰ ਪੈਣ ਜਾ ਰਿਹਾ ਹੈ। ਸੋ ਬਹੁਤ ਸਾਰੀਆਂ ਕੰਪਨੀਆਂ ਲੇ ਆਫ ਵੀ ਕਰ ਰਹੀਆਂ ਹੈਗੀਆਂ। ਹਾਲਾਂਕਿ ਡੋਜ ਵਾਲੇ ਇਹ ਕਹਿੰਦੇ ਆ ਵੀ ਅਸੀਂ 180 ਬਿਲੀਅਨ ਡਾਲਰ ਵਰਕਫੋਰਸ ਰਿਡਕਸ਼ਨ ਦੇ ਨਾਲ ਪੈਸੇ ਬਚਾ ਲਏ ਆ, ਪਰ ਜਿਸ ਤਰ੍ਹਾਂ ਵੱਡੀਆਂ ਕੰਪਨੀਆਂ ਜਿਨ੍ਹਾਂ 'ਚ ਔਰੇਕਲ ਵੀ ਹੈਗੀ ਆ ਉੱਦਾਂ ਦਿਆਂ ਨੇ ਜਿਹੜੇ 580 ਮਿਲੀਅਨ ਡਾਲਰ ਦੇ ਉਹਨਾਂ ਦੇ ਪੈਂਟਾਗਨ ਦੇ ਨਾਲ ਕੰਟਰੈਕਟ ਸੀ ਉਹ ਵੀ ਕੈਂਸਲ ਹੋਏ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਜੌਬਸ ਦੇ ਉੱਤੇ ਅਸਰ ਪੈਣਾ ਆ। ਐਕਸੈਂਚਰ ਕੰਪਨੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ।
ਇਸੇ ਕਰਕੇ ਆਪਾਂ ਰੋਜ਼ ਸੁਣਦੇ ਹਾਂ ਵੀ ਕਿਸ ਤਰ੍ਹਾਂ ਲੇ ਆਫ ਖਾਸ ਕਰਕੇ ਟੈਕਨੋਲੋਜੀ ਸੈਕਟਰ ਦੇ ਵਿੱਚ ਬਹੁਤ ਹੋ ਰਹੀ ਆ। ਤੇ ਅੱਜ ਐਸਐਫ ਗੇਟ ਵੀ ਰਿਪੋਰਟ ਕਰ ਰਿਹਾ ਵੀ ਵਾਲਮਾਰਟ ਦਾ ਜਿਹੜਾ ਬੇ ਏਰੀਏ ਦਾ ਟੈਕ ਲੇ ਆਫ ਆ ਉਹ ਫਾਰ ਵਰਸ ਦੈਨ ਦੇ ਅਪੀਅਰਡ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਟੈਕਨੋਲੋਜੀ ਨਾਲ ਰਿਲੇਟਡ ਜਿਹੜੀਆਂ ਜੌਬਸ ਹੈਗੀਆਂ ਉਹਨਾਂ ਦੀ ਲੇ ਆਫ ਹੋਈ ਹੈਗੀ ਆ। ਜੀ, ਮਾਰਕੀਟਸ ਦੀ ਜਾਂਦੇ ਗੱਲ ਕਰਦੇ ਜਾਈਏ। ਜਿੱਦਾਂ ਦੱਸਿਆ ਵੀ ਜਦ ਇਹ ਖਬਰ ਆਈ ਸੀ ਵੀ ਟਰੰਪ ਹੁਣਾਂ ਨੇ ਕੈਨੇਡਾ ਦੇ ਨਾਲ ਹਰ ਤਰ੍ਹਾਂ ਦੀ ਜਿਹੜੀ ਗੱਲਬਾਤ ਆ, ਟ੍ਰੇਡ ਟਾਕਸ ਆ, ਉਸ ਨੂੰ ਸਮਾਪਤ ਕਰ ਦਿੱਤਾ ਆ। ਉਸ ਤੋਂ ਬਾਅਦ 'ਚ ਮਾਰਕੀਟ 'ਚ ਉਛਾਲ ਦੇਖਿਆ ਗਿਆ ਆ। ਡਾਓ ਜੋਨ ਅੱਜ 400 ਤੇ 32 ਪੁਆਇੰਟ ਵੱਧ ਕੇ 43,819 ਦੇ ਉੱਤੇ ਬੰਦ ਹੋਈ ਆ। S&P 32 ਪੁਆਇੰਟ ਵੱਧ ਕੇ 6173 ਤੇ ਨੈਸਡੈਕ 100 ਤੇ 6 ਪੁਆਇੰਟ ਵੱਧ ਕੇ 20,273 ਤੇ ਬੰਦ ਹੋਈ ਆ। ਸੋਨੇ ਦਾ ਭਾਅ $3286 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.28%, ਕ੍ਰਿਪਟੋ ਕਰੰਸੀ 'ਚ ਬਿਟਕੋਇਨ $1,07,047 ਤੇ ਇਥੀਰੀਅਮ 2400 ਤੇ $21 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 46 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 63 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਰਾਜਕਨਵੀਰ ਸਿੰਘ ਜੀ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਜੋ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਫਰਿਜ਼ਨੋ ਦੇ ਵਿੱਚ ਖੁੱਲਿਆ ਆ, ਉਹਦੀਆਂ ਲਗਭਗ ਸਾਰੀਆਂ ਵੀਡੀਓਜ਼ YouTube ਦੇ ਉੱਤੇ ਪੰਜਾਬੀ ਰੇਡੀਓ ਦੇ YouTube ਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਅਪਲੋਡ ਕਰ ਦਿੱਤੀਆਂ। ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਕਿਤੇ ਵੀ ਦੁਨੀਆ 'ਚ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਰਹਿੰਦੇ ਆ ਉਹਨਾਂ ਦੇ ਨਾਲ ਸ਼ੇਅਰ ਕਰੋ। ਇੱਕ ਜੋ ਹਿਊਮਨ ਰਾਈਟਸ ਐਕਟਿਵਿਸਟ ਆ ਜਿਸ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਖੋ ਕੇ ਮਾਰ ਦਿੱਤਾ ਸੀ, ਉਸ ਨੂੰ ਅਮਰੀਕਾ ਦੀ ਸਰਕਾਰ ਨੇ, ਅਮਰੀਕਾ ਦੀ ਖਾਸ ਕਰਕੇ ਕੈਲੀਫੋਰਨੀਆ ਨੇ ਜਿਹੜਾ ਗਵਰਨਮੈਂਟ ਸਕੂਲ ਆ ਉਹਦੇ ਨਾਮ ਦੇ ਉੱਤੇ ਰੱਖਿਆ। ਸੋ ਬਹੁਤ ਵੱਡੀ ਗਿਣਤੀ 'ਚ ਕੱਲ੍ਹ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ। ਸੋ ਕਾਫੀ ਜ਼ਿਆਦਾ ਕਵਰੇਜ ਕੀਤੀ ਆ। ਸੋ ਸਾਰੇ ਹੀ ਜਿਨ੍ਹਾਂ ਦੀਆਂ ਇੰਟਰਵਿਊਜ਼ ਕੀਤੀਆਂ ਉਹ ਲਗਭਗ ਅਪਲੋਡ ਆ। ਸਾਰੇ ਜਾਣੇ ਵੱਧ ਤੋਂ ਵੱਧ ਉਹਨਾਂ ਨੂੰ ਦੇਖਿਓ ਵੀ, ਸੁਣਿਓ ਵੀ ਤੇ ਸ਼ੇਅਰ ਵੀ ਕਰਿਓ। ਜੀ, ਸੋ ਬਿਲਕੁਲ ਕੱਲਾ ਪੰਜਾਬੀ ਰੇਡੀਓ USA ਨਹੀਂ, ਪੰਜਾਬੀ TV USA ਦੇ ਉੱਤੇ ਵੀ ਇਹ ਇਸ ਟਾਈਮ ਪਈਆਂ ਆ। ਸੋ ਸਾਡੇ ਦੋਨੋਂ ਹੀ ਜਿਹੜੇ ਸੋਸ਼ਲ ਮੀਡੀਆ ਦੇ ਚੈਨਲਸ ਆ ਉਹਨਾਂ 'ਤੇ ਤੁਸੀਂ ਇਹ ਸਾਰੀ ਜਿਹੜੀ ਕਵਰੇਜ ਆ ਉਸ ਨੂੰ ਚੈੱਕ ਕਰ ਸਕਦੇ ਆ। ਇਸ ਨੂੰ ਜਿਹੜਾ ਇਸ ਟਾਈਮ ਪੇਸ਼ ਜਿਹੜਾ ਉਹ ਕਰ ਦਿੱਤਾ ਗਿਆ ਆ। ਇਸ ਤੋਂ ਇਲਾਵਾ ABC ਨਿਊਜ਼ ਤੇ ਹੋਰ ਵੀ ਜਿਹੜੇ ਆ ਜਿਹੜੇ ਨਿਊਜ਼ ਚੈਨਲਸ ਆ ਉਹਨਾਂ ਨੇ ਇਸ ਦੀ ਜਿਹੜੀ ਕਵਰੇਜ ਆ ਉਸ ਨੂੰ ਪੇਸ਼ ਕੀਤਾ ਹੈਗਾ ਆ। ਸੋ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।